ਬਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। आप लेहो तुम कथा सुधारी। आप लेहो तुम कथा सुधारी। बेशुमार अथाह अगणित अतुल्य। ज्यों बुलाव हो त्यों नानक दास बोले। त्यों नानक दास बोले। सन्मानयोग गुरु प्यारी साध संगत जी, गुरु महाराज सतगुर सच्चे पातशाह जी ज्ञान दे सागर ਅਤੇ ਬ੍ਰਹਿਮੰਡ ਦੇ ਬਾਦਸ਼ਾਹ ਤਿੰਨਾਂ ਦੀ ਹਜ਼ੂਰੀ ਵਿੱਚ ਆਪਾਂ ਆਲਸ ਨੀਂਦ ਨੂੰ ਤਿਆਗ ਕੇ ਜ਼ਿੰਦਗੀ ਦੇ ਵਿੱਚ ਕੁਝ ਰਸ ਖੱਟਣ ਲਈ ਆਨੰਦ ਦੀ ਅਵਸਥਾ ਵਿੱਚ ਇਸ ਰਸ ਨੂੰ ਮਾਣਨ ਲਈ ਇਕੱਤਰ ਹੋ ਕੇ ਬੈਠੇ ਹਾਂ। ਸੋ ਆਓ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕੀਤਾ ਜਾਵੇ। ਪ੍ਰਥਮ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਆ ਹੋਇਆ ਹੈ, ਜੋ ਕਿ ਜੈਤਸਰੀ ਰਾਗ ਦੇ ਵਿੱਚ 701 ਅੰਗ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਰੰਭ ਹੋ ਕੇ 702 ਅੰਗ ਤੇ ਸੰਪੂਰਨ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਦੇ ਅੰਦਰ ਉਹ ਖੁਦਾ ਦੇ ਪਿਆਰੇ, ਜਾਂ ਇਵੇਂ ਕਹਿ ਲਈਏ ਉਹ ਪਿਆਰੇ ਦੇ ਪਿਆਰੇ, ਸਭ ਤੋਂ ਪਿਆਰੇ, ਜੋ ਹਰ ਕੇ ਪਿਆਰੇ, ਸਭਨਾ ਕੇ ਪਿਆਰੇ, ਖੁਦਾ ਦੇ ਨੇਕ ਬੰਦੇ, ਉਹਨਾਂ ਨੂੰ ਅਰਜ਼ੋਈ ਕਰਦੇ ਨੇ ਕਿ ਕਾਸ਼ ਕਿਤੇ ਰੱਬ ਦਾ ਪਿਆਰਾ ਆ ਕੇ ਮੈਨੂੰ ਵੀ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਲਵੇ। ਜਿਹੜੀ ਚੀਜ਼ ਹੁਣ ਟੁੱਟੀ ਹੋਈ ਆ ਉਹਨੂੰ ਹੀ ਜੋੜਨ ਦੀ ਲੋੜ ਆ। ਪਰਮਾਤਮਾ ਨੂੰ ਅਸੀਂ ਗਵਾ ਨਹੀਂ ਸਕਦੇ, ਭੁਲਾਇਆ ਹੈ, ਭੁਲਾ ਸਕਦੇ ਹਾਂ। ਪਰਮਾਤਮਾ ਨੂੰ ਅਸੀਂ ਗਵਾਇਆ ਨਹੀਂ, ਉਹ ਸਾਡੇ ਅੰਦਰ ਹੀ ਆ, ਭੁਲਾਇਆ ਹੈ, ਭੁਲਾ ਦਿੱਤਾ ਹੈ। ਅੱਜ ਦਾ ਨਹੀਂ, ਬਹੁਤ ਮੁੱਦਤਾਂ ਹੋ ਗਈਆਂ ਨੇ। ਉਹ ਭੁੱਲੇ ਹੋਏ ਨੂੰ ਯਾਦ ਕਰਨ ਲਈ ਮੈਨੂੰ ਕਿਸੇ ਪਿਆਰੇ ਦੀ ਲੋੜ ਹੈ, ਜਿਹੜਾ ਉਹਦੇ ਨਾਲ ਜੁੜਿਆ ਹੈ। ਇਹ ਮਹਾਰਾਜ ਨੇ ਕਿਹਾ ਹੈ। ਦੇਖੋ, ਸੰਬੰਧ ਜਿਹੜੇ ਹੁੰਦੇ ਨੇ ਸੰਗਤ ਜੀ, ਉਹ ਯਾਦਾਂ ਦੇ ਹੁੰਦੇ ਨੇ। ਜਿਹਨੂੰ ਅਸੀਂ ਯਾਦ ਕਰਦੇ ਹਾਂ, ਬਸ ਉਹਦੇ ਨਾਲ ਹੀ ਸਾਡਾ ਕੋਈ ਨਾਤਾ, ਸਾਡੇ ਕੋਲ ਵੀ ਕੋਈ ਰਹਿੰਦਾ,
ਗਵਾਂਢ 'ਚ ਭਾਵੇਂ ਕੋਈ ਵਸਦਾ, ਜੇ ਸਾਡੇ ਚੇਤੇ 'ਚ ਨਹੀਂ, ਸਾਡੇ ਲਈ ਉਹ ਨਹੀਂ ਆ। ਜੇ ਸਾਡੀ ਯਾਦ ਵਿੱਚ ਨਹੀਂ ਤੇ ਉਹ ਸਾਡੇ ਲਈ ਨਹੀਂ ਹੈ, ਭਾਵੇਂ ਉਹ ਹੈ। ਮੇਰੀ ਜੇਬ ਦੇ ਵਿੱਚ ਹੀਰਾ ਹੈ, ਤੁਹਾਡੀ ਜੇਬ ਦੇ ਵਿੱਚ ਕੋਈ ਕੀਮਤੀ ਚੀਜ਼ ਆ, ਸਾਡੇ ਚੇਤੇ 'ਚ ਹੀ ਨਹੀਂ, ਉਹ ਨਹੀਂ ਆ, ਭਾਵੇਂ ਹੈ। ਸਾਡੇ ਘਰ ਦੇ ਵਿੱਚ ਕੋਈ ਚੀਜ਼ ਪਈ ਆ ਬੜੀ ਮਹਿੰਗੀ, ਬੇਸ਼ਕੀਮਤੀ, ਕਾਬਲੇ ਦੀਦ, ਕਾਬਲੇ ਇਸਤੇਮਾਲ, ਬੜੀ ਹੀ ਐਕਸਪੈਂਸਿਵ ਹੋਵੇ, ਪਰ ਸਾਡੇ ਖਿਆਲਾਂ 'ਚ ਨਹੀਂ। ਕੋਈ ਮੰਗਣ ਆ ਜੇ ਪਰ ਸਾਡੇ ਲਈ ਉਹ ਨਹੀਂ ਆ, ਅਸੀਂ ਕਹਾਂਗੇ ਨਹੀਂ ਹੈਗੀ, ਕਿਉਂਕਿ ਚੇਤੇ 'ਚ ਨਹੀਂ। ਪਰਮਾਤਮਾ ਨੂੰ ਅਸੀਂ ਗਵਾ ਨਹੀਂ ਸਕਦੇ, ਕਿਉਂਕਿ ਉਹ ਅੰਦਰ ਆ, ਰੋਮ ਰੋਮ ਦੇ ਵਿੱਚ ਰਮਿਆ ਹੋਇਆ ਹੈ। ਪਰਮਾਤਮਾ ਨੂੰ ਭੁਲਾ ਸਕਦੇ ਹਾਂ ਤੇ ਭੁਲਾਇਆ ਹੈ, ਗਵਾਇਆ ਨਹੀਂ ਆ, ਉਹ ਕੋਲੇ ਹੀ ਆ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਹੁਣ ਇੱਕ ਪ੍ਰਸ਼ਨ ਖੜਾ ਹੋਵੇਗਾ ਕਿ ਜਿਹੜੀ ਚੀਜ਼ ਸਦਾ ਹੀ ਕੋਲੇ ਰਹਿੰਦੀ ਆ, ਉਹਨੂੰ ਭੁਲਾ ਕਿਉਂ ਦਿੱਤਾ, ਕਿਉਂ ਉਹਨੂੰ ਭੁੱਲ ਗਏ? ਤਾਂ ਉਹਦਾ ਇੱਕੋ ਹੀ ਇੱਕ ਕਾਰਨ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਬੰਦਾ ਆਪਦੀ ਮੈਂ ਦੇ ਵਿੱਚ ਇਤਨਾ ਮਗਨ ਹੋ ਗਿਆ, ਇਤਨਾ ਮਗਨ ਹੋ ਗਿਆ, ਇਤਨਾ ਜ਼ਿਆਦਾ ਉਖੱਬ ਗਿਆ, ਇਹਨੂੰ ਤੂੰ ਦਾ ਚੇਤਾ ਹੀ ਨਹੀਂ ਰਿਹਾ। ਇੰਨਾ ਜ਼ਿਆਦਾ ਖੁੱਭ ਗਿਆ ਉਸ ਚੀਜ਼ ਦੇ ਵਿੱਚ, ਆਪਣੀ ਮੈਂ ਦੇ ਵਿੱਚ ਹੀ, ਇਹਨੂੰ ਤੂੰ ਭੁੱਲ ਗਿਆ। ਤੂੰ ਪਰਮਾਤਮਾ, ਮੈਂ ਬੰਦੇ ਦੀ ਆਪਦੀ ਹਉਮੈ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਨ ਮੀਤ, ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਨ ਭੀਤ। ਇੱਕ ਕੰਧ ਆ ਨਾ, ਕੰਧ ਗੁਰੂ ਸਾਹਿਬ ਜੀ ਕਹਿੰਦੇ ਕੰਧ ਹੈ, ਦੀਵਾਰ, ਦੀਵਾਰ ਤੇ ਪੇਂਟਿੰਗ ਬਣੀ ਹੁੰਦੀ ਆ, ਤਸਵੀਰ। ਇੱਦਾਂ ਕਈ ਐਡ ਕਰਦੇ ਨੇ, ਕੰਧਾਂ ਤੇ ਕਰ ਜਾਂਦੇ ਨੇ, ਵਗਲ ਜਾਂਦੇ ਨੇ ਤਸਵੀਰਾਂ, ਫਿਰ ਉਹ ਵਗਲੀ ਹੋਈ ਤਸਵੀਰ ਗੁਰੂ ਸਾਹਿਬ ਜੀ ਕਹਿੰਦੇ ਜਿੱਦਾਂ ਕੰਧ ਚੋਂ ਨਹੀਂ ਨਿਕਲਦੀ, ਕੰਧ ਤੋਂ ਵੱਖ ਨਹੀਂ ਹੁੰਦੀ। ਕਿਸੇ ਵੀ ਕੰਧ ਤੇ ਉਕਰਿਆ ਹੋਇਆ ਪੇਂਟਰ ਦੁਆਰਾ ਕੋਈ ਵੀ ਕਲਾ, ਕੋਈ ਵੀ ਚਿੱਤਰ ਜਿੱਦਾਂ ਕੰਧ ਤੋਂ ਵੱਖ ਨਹੀਂ ਹੁੰਦਾ, ਇੱਦਾਂ ਬੰਦੇ ਦਾ ਜਿਹੜਾ ਮਨ ਹੈ ਆਪਦੀ ਹਉਮੈ ਤੋਂ ਵੱਖ ਨਹੀਂ ਹੁੰਦਾ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਨ ਮੀਤ, ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਨ ਭੀਤ। ਜਿੱਦਾਂ ਕੰਧ ਤੇ ਵਗਲੀ ਹੋਈ ਤਸਵੀਰ ਕੰਧ ਨੂੰ ਨਹੀਂ ਛੱਡਦੀ, ਕੰਧ ਜਦੋਂ ਟੁੱਟੂਗੀ ਉਦੋਂ ਹੀ ਖਹਿੜਾ ਛੁੱਟੇਗਾ ਉਹਦਾ, ਉਦੋਂ ਉਹ ਇਵੇਂ ਸਾਡੇ ਮਨ ਤੇ ਹਉਮੈ ਦਾ ਹਿਸਾਬ ਕਿਤਾਬ ਆ। ਮਨ ਕੰਧ ਹੈ, ਉਹਦੇ ਤੇ ਹਉਮੈ ਦੀ ਤਸਵੀਰ ਬਣੀ ਹੋਈ ਆ, ਉਹ ਨਿਕਲ ਨਹੀਂ ਪਾ ਰਹੀ। ਇਹ ਕਾਰਨ ਆ ਜਿਹਦੇ ਕਰਕੇ ਉਹ ਕੋਲ ਹੁੰਦਿਆਂ ਵੀ ਭੁੱਲ ਜਾਂਦਾ ਹੈ। ਹਉ ਹਉ ਮੈਂ ਵਿੱਚੋਂ ਖੋਵੈ, ਤੇ ਇਹ ਚੀਜ਼ਾਂ ਤਾਂ ਆ ਜਾਂਦੀਆਂ ਨੇ। ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉਮੈ ਬੂਝੈ ਤਾਂ ਦਰ ਸੂਝੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਗੁਰੂ ਦੇ ਸ਼ਬਦ ਨੂੰ ਕਮਾਉਣਾ ਹੈ, ਕੱਲਾ ਪੜ੍ਹਨਾ ਨਹੀਂ, ਕੱਲਾ ਸੁਣਨਾ ਨਹੀਂ। ਇਵੇਂ ਵੱਧ ਸਮਝ ਜਾਓਗੇ ਤੁਸੀਂ ਹੋਰ ਵੀ ਇਸ ਗੱਲ ਨੂੰ। ਬਹੁਤ ਸਮਾਂ ਹੋ ਗਿਆ, ਪਹਿਲਾਂ ਸਾਧੂ ਸੰਤ ਨੇ ਇੱਕ ਬੜੇ ਚੰਗੇ
ਸੁਭਾਅ ਦੇ ਵੀ ਉਹਨਾਂ ਦਾ ਪਰਮਾਤਮਾ ਜੈਸਾ ਹੀ ਆ। ਹਰੀ ਸਿੰਘ ਰੰਧਾਵੇ ਵਾਲੇ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਕੀਤੇ ਸੀ। ਟੀਕੇ ਕਹਿੰਦੇ ਨੇ ਵਿਆਖਿਆ ਨੂੰ, ਸ਼ੁਰੂ ਤੋਂ ਲੈ ਕੇ ਸਮਾਪਤੀ ਤੱਕ ਅਰਥ ਕਰਨ ਨੂੰ ਟੀਕਾ ਕਿਹਾ ਜਾਂਦਾ ਹੈ। ਬਹੁਤ ਵਿਸਥਾਰ ਦੇ ਨਾਲ ਕਿਸੇ ਗੱਲ ਨੂੰ ਖੋਲ੍ਹਣਾ। ਕਾਫੀ ਸਮਾਂ ਪਹਿਲਾਂ ਮੈਂ ਪੜ੍ਹਿਆ ਸੀ ਉਸ ਨੂੰ, ਉਹਦੇ ਵਿੱਚ ਇੱਕ ਗੱਲ ਲਿਖੀ ਹੋਈ ਮੈਨੂੰ ਬੜੀ ਚੰਗੀ ਲੱਗੀ ਸੀ। ਹੂਬਹੂ ਮੈਂ ਉਵੇਂ ਕਹਿ ਰਿਹਾ। ਕਹਿੰਦੇ ਨੇ ਕਿ ਜਿਹੜੀ ਖਾਲੀ ਬੰਦੂਕ ਹੁੰਦੀ ਆ, ਖਾਲੀ ਬੰਦੂਕ ਹੁੰਦੀ ਆ, ਉਹ ਖੜਕਾ ਬਹੁਤ ਕਰਦੀ ਹੈ, ਜਿਹ 'ਚ ਰੌਂਦ ਨਹੀਂ ਹੁੰਦੇ, ਕਾਰਤੂਸ ਨਹੀਂ ਹੁੰਦੇ। ਖਾਲੀ ਬੰਦੂਕ ਖੜਕਾ ਬਹੁਤ ਕਰਦੀ ਆ, ਘੋੜਾ ਨੱਪੀਏ, ਪਰ ਉਹ ਮਾਰ ਨਹੀਂ ਕਰਦੀ। ਇੱਦਾਂ ਹੀ ਜਿਹੜੇ ਬੰਦੇ ਬੰਦਗੀ ਨਹੀਂ ਕਰਦੇ, ਨਾਮ ਦੀ ਕਮਾਈ ਨਹੀਂ ਕਰਦੇ, ਉਹਨਾਂ ਦੇ ਬੋਲ ਖੜਕਾ ਹੁੰਦੇ ਨੇ, ਉਹ ਬੰਦੇ ਤੇ ਅਸਰ ਨਹੀਂ ਕਰਦੇ। ਬੰਦਗੀ ਤੋਂ ਬਿਨਾਂ, ਨਾਮ ਦੀ ਕਮਾਈ ਤੋਂ ਬਿਨਾਂ, ਬੰਦਗੀ ਵਿਹੂਣਿਆਂ ਦੇ ਬੋਲ ਖੜਕਾ ਬਹੁਤ ਕਰਦੇ ਨੇ, ਪਰ ਮਾਰ ਨਹੀਂ ਕਰਦੇ, ਅਸਰ ਨਹੀਂ ਕਰਦੇ ਕਿਸੇ ਤੇ। ਇੱਦਾਂ ਉਹਨਾਂ ਉਦਾਹਰਨ ਦਿੱਤੀ, ਤਾਂ ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਗੁਰੂ ਦੀ ਬਾਣੀ ਨੂੰ ਪੜ੍ਹਨਾ ਹੁੰਦਾ ਤਾਂ ਕਿ ਇਹਨੂੰ ਕਮਾਉਣਾ ਹੈ। ਕੱਲਾ ਪੜ੍ਹਨਾ ਨਹੀਂ ਹੁੰਦਾ, ਕੱਲਾ ਸੁਣਨਾ ਨਹੀਂ ਹੁੰਦਾ, ਕਮਾਉਣਾ ਹੁੰਦਾ। ਪੜ੍ਹਨਾ ਕੁਝ ਹੋਰ ਆ, ਸੁਣਨਾ ਕੋਈ ਗੱਲ ਹੋਰ ਆ, ਕਮਾਉਣਾ ਕੋਈ ਹੋਰ ਆ। ਪਰ ਦੇਖੋ ਗੱਲ ਇਹ ਆ, ਕਮਾਊਗਾ ਉਹ ਜਿਹੜਾ ਪੜ੍ਹੂਗਾ ਤੇ ਸੁਣੂਗਾ। ਬੜੀ ਬਰੀਕੀ ਵਾਲੀ ਗੱਲ ਆ। ਦੇਖੋ ਬਾਣੀ ਨੂੰ ਪੜ੍ਹਨਾ ਨਹੀਂ ਆ, ਕੱਲਾ ਸੁਣਨਾ ਨਹੀਂ ਆ, ਕਮਾਉਣਾ ਹੈ, ਜੀਵਨ ਵਿੱਚ ਲੈ ਕੇ ਆਉਣਾ ਹੈ। ਪਰ ਕਮਾਊਗਾ ਉਹ ਜਿਹੜਾ ਪੜ੍ਹੂਗਾ ਤੇ ਜਿਹੜਾ ਸੁਣੂਗਾ। ਸ਼ੁਰੂ ਵਿੱਚ ਪਹਿਲਾਂ ਉੱਪਰੋਂ ਹੀ ਪੜ੍ਹ ਹੁੰਦੀ ਆ ਬਾਣੀ, ਜਦੋਂ ਕੰਠ ਕਰਦੇ ਹਾਂ ਉੱਪਰੋਂ ਹੀ ਸੁਣ ਹੁੰਦੀ ਆ। ਜਦੋਂ ਸੁਣਦੇ ਜਾਂਦੇ ਆ ਤਾਂ ਉਦੋਂ ਫਿਰ ਬੰਦਾ ਸੁਜਾਨ ਬਣਦਾ ਹੈ। ਸੁਣਿਐ ਸਤ ਸੰਤੋਖ ਗਿਆਨ। ਇੱਕ ਮੈਂ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿੱਚ ਲਿਖਿਆ, ਅੱਜ ਤੱਕ ਕੋਈ ਆਪਣੇ ਆਪ ਨੂੰ ਸੁਣਨ ਦੇ ਨਾਲ ਸਿਆਣਾ ਨਹੀਂ ਬਣਿਆ। ਅੱਜ ਤੱਕ ਕੋਈ ਰਾਤੋਂ ਰਾਤ ਸਿਆਣਾ ਨਹੀਂ ਬਣਿਆ। ਉਹਨੂੰ ਗੁਰੂ ਦੀ ਲੋੜ ਪੈਂਦੀ ਆ ਸਿਆਣੇ ਬਣਨ ਲਈ। ਅਸੀਂ ਆਪਣੇ ਆਪ ਨੂੰ ਰੋਜ਼ ਸੁਣਦੇ ਹਾਂ, ਮਨ 'ਚ ਕਿੰਨਾ ਕੁਝ ਚੱਲੀ ਜਾਂਦਾ, ਪਰ ਉਹਦੇ ਨਾਲ ਅਸੀਂ ਸਿਆਣੇ ਨਹੀਂ ਹੋ ਸਕਦੇ। ਸਿਆਣੇ ਬਣਨ ਲਈ, ਸਾਨੂੰ ਸੁਜਾਨ ਬਣਨ ਲਈ, ਸੱਚੇ ਮਾਰਗ 'ਤੇ ਚੱਲਣ ਲਈ ਗੁਰੂ ਦੀ ਲੋੜ ਪੈਂਦੀ ਆ। ਗੁਰੂ ਤੋਂ ਬਿਨਾਂ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ, ਬੰਦਾ ਉਹ ਉਜੜਿਆ ਹੋਇਆ ਖੇਤ ਆ ਜਿਹੜਾ ਕੰਡਿਆਂ ਦੇ ਨਾਲ ਤੇ ਝਾੜੀਆਂ ਨਾਲ ਭਰਿਆ ਪਿਆ ਹੈ। ਗੁਰੂ ਤੋਂ ਬਿਨਾਂ ਜਦੋਂ ਕੋਈ ਰਾਹੀ ਪਾਂਧੀ ਖੇਤ ਸਮਝ ਕੇ ਆਉਂਦਾ ਕਿ ਇਹ ਤੋਂ ਮੈਂ ਕੁਝ ਫਲ ਖਾਵਾਂਗਾ ਜਾਂ ਖੇਤ ਵਿੱਚ ਕੁਝ ਮੈਨੂੰ ਮਿਲ ਜਾਵੇਗਾ, ਪਰ ਉਹਨੂੰ ਨਿਰਾਸ਼ ਹੋ ਕੇ ਮੁੜਨਾ ਪੈਂਦਾ ਹੈ। ਉਹ ਸਰੀਰ, ਉਹ ਰੂਹਾਂ ਜਿਨ੍ਹਾਂ ਨੇ ਗੁਰੂ ਦਾ ਪੱਲਾ ਛੱਡਿਆ ਹੈ, ਉਹ ਉਜੜੇ ਹੋਏ ਖੇਤ ਦੇ ਵਾਂਗ ਨੇ। ਲੋਕ ਉਹਨਾਂ ਕੋਲ ਆਉਂਦੇ ਨੇ, ਨਿਰਾਸ਼ ਮੁੜ ਜਾਂਦੇ ਨੇ, ਜਿੱਦਾਂ ਇੱਕ ਕੰਡਿਆਂ ਤੇ ਝਾੜੀਆਂ ਵਾਲੇ ਖੇਤ ਵਿੱਚੋਂ ਆਏ ਹੋਏ ਰਾਹੀ ਪਾਂਧੀ ਨਿਰਾਸ਼ ਹੁੰਦੇ ਨੇ। ਇਹ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ। ਤਾਂ ਗੁਰੂ ਦੀ ਸਾਨੂੰ ਇੰਨੀ ਲੋੜ ਆ ਜਿੰਨੀ ਅੰਨ ਤੇ ਪਾਣੀ ਦੀ ਲੋੜ ਆ। ਗੁਰੂ ਦੀ ਸਾਨੂੰ ਇੰਨੀ ਲੋੜ ਆ ਜਿੰਨੀ ਸਾਹਾਂ ਦੀ ਲੋੜ ਆ। ਗੁਰੂ ਦੀ ਸਾਨੂੰ ਇੰਨੀ ਲੋੜ ਹੈ ਜਿੰਨੀ ਨੀਂਦ ਦੀ ਲੋੜ ਆ ਬੰਦੇ ਨੂੰ। ਗੁਰੂ ਦੀ ਸਾਨੂੰ ਇੰਨੀ ਲੋੜ ਹੈ, ਇੰਨੀ ਜ਼ਿਆਦਾ ਲੋੜ ਹੈ, ਜੇ ਇਹ ਨਹੀਂ ਤਾਂ ਸਭ ਕੁਝ ਪਾ ਕੇ ਕਹੋਗੇ ਕੁਝ ਵੀ ਨਹੀਂ। ਇਸ ਕਰਕੇ ਉਮਰ ਭਰ ਗਾਲਿਬ ਯਹੀ ਏਕ ਗਲਤੀ ਕਰਤਾ ਰਹਾ। ਗਾਲਿਬ ਜੀ ਕਹਿੰਦੇ ਸਾਰੀ ਉਮਰ ਮੈਂ ਗੁਰੂ ਤੋਂ ਬਿਨਾਂ ਇੱਕ ਗਲਤੀ ਕੀਤੀ ਆ। ਉਹ ਕੀ? ਜਿਹੜੀ ਧੂੜ ਸੀ ਉਹ ਚਿਹਰੇ ਪਰ ਥੀ, ਪਰ ਆਇਨਾ ਸਾਫ਼ ਕਰਤਾ ਰਹਾ। ਧੂੜ ਮੇਰੇ ਚਿਹਰੇ ਤੇ ਸੀ। ਗੁਰੂ ਤੋਂ ਬਿਨਾਂ, ਗਿਆਨ ਤੋਂ ਬਿਨਾਂ
मैं शीशा ही साफ करता रहा। दाग मेरे चेहरे ते सी ते मैं शीशे नूं साफ करता रहा गुरु तो बिना। गुर बिन घोर अंधार, गुरु बिन समझ ना आवे। गुर बिन सुरत न सिद्ध, गुरु बिन मुक्त न पावे। इत्थे महाराज गुरु अर्जन देव जी ने प्यारे ने बहुत सोहनी गल कीती आ कि असीं रब तो टुटे होए हाँ, टुटे होए हाँ। टुटे होण दा मतलब ये हुंदा भावें आपां कोल बैठे हाँ, बहुत लागे बैठे महाराज दे, पर सानू तेरी याद कोई नहीं आउंदी। याद आउणी उहदे नाल जुड़ना है, याद भुल जानी उहदे नालों टुटना है। नंद लाल सब तो दुनिया की माड़ी गल की आ गुरु गोबिंद सिंह जी दसो सारे कवियां नूं, दसो सारियां नूं। भाई नंद लाल जी दुनिया 'च सब तो बुरा की आ? उत्तर आया सी रब नूं भुल जाना। दुनिया में सब तो चंगा की आ? रब दी याद। नरक की आ नंद लाल? नरक कलगियां वाले सच्चे पातशाह जी गुरु नूं भुलना ही नरक आ। स्वर्ग की आ नंद लाल? गुरु दी याद आउणी, गुरु दा चेता आउणा ही स्वर्ग आ। ये कहा सी भाई साहब जी नंद लाल जी ने गुरु गोबिंद सिंह जी महाराज नूं। कोई जन हर स्यों देवै जोर। कोई भी होवे, कोई भी, कोई जन, कोई भी जना, भावें वो मुसलमान है, पीर भीखन शाह जी वर्गा, कोई मुसलमान बहुत उचाइयां नूं बंदगी च छूया है। कई ऐसे ने वीर हिंदुआं दे विच उचाइयां नूं छू गए। भाई नंद लाल जी हिंदू सन, उचाइयां इन्हां दीयां लिखतां ने आसमान नूं छूया है, बुलंदियां नूं छूया है। गल मुसलमान दी नहीं, गल हिंदू होण दी नहीं, गल बंदगी दी है। सिखां दे घर विच जे जन्म लैके बंदगी ना कीती तां काहदे सिख? महाराज दी सिੱਖਿਆ नूं ना सुणिया तां फिर काहदे सिख असीं? गुरद्वारा साहिब विच तां इन्नी सोहणी मर्यादा है, आउणा संगतां ने इकट्ठे बहना, आ ईरखा छड्ड के इक्को निशान साहब थल्ले, इक्को पंगत विच प्रशादा, ਜਾਂਦਿਆਂ दा मूँह मिठा कराउणा। कड़ाह प्रसाद नहीं बनिया ते पतासे जरूर देने आ कि सिखा तेरे आउण दा मैनूं चाਅ ही बाहला सी। तू मेरे कोल आया ना ते मूँह मिठे कराए बिना मैं तेनू जान नहीं देना। ये जो मिठास वाला प्रसाद वरतदा ये गुरु दे वल्लों साडे आउण ते चाह कीता जांदा है। असीं भावें उहनूं होर तरीके नाल लैंदे हां, पर गुरु साहब सानू बहुत प्यार करते ने। गुरु प्यारिओ कोई जन हर स्यों देवै जोर। कोई आके मैनू वो प्यारे नाल जोड़ दवे, फिर मैं की करूँगा? जो मैनू रब दीयां गल्लां सुणावे। चरण गहो, गहो कहंदे ने घुट के पैर फड़न नूं, किसी भी चीज़ नूं घुट के फड़ना, पर प्यार दे नाल उह च मुहब्बत होवे। प्यार दे नाल उहदे पैर घुटांगा। बकूं सुभ रसना, बकूं हुंदा है बोलना। मैं मिठे मिठे बोल बोल के उहदा धन्नवाद करांगा जिहड़ा मैनू आके गुरु की गल कहेगा, रब की गल जां भगतां दी जां फकीरां बारे दसेगा। दीजै प्राण अकोर, दुनिया तो सब तो जिहड़ी प्यारी चीज़ हुंदी आपदी जान, प्राण आपदे साह, वो भी मैं निशावर कर दांगा उहदे तो जे कोई आके मैनू प्यारे की गल सुना दवे। रहाओ ठहराओ दे के कह रहे अगे, मन तन निर्मल करत क्यारो, हर सिंचै सुदा संजोर। मैं अपने मन नूं, मैं अपने शरीर नूं निर्मल कीता है पानी दे के, क्योंकि जिहड़ी धरती कई बार इदां हुंदी बहुत ज़्यादा खरबी जी हुंदी आ, पानी दे नाल सिंजीए ते बड़ी सोहनी हो जाती आ, पानी तो बिना बंजर हो जाती आ, कुछ उगदा भी नहीं। मेरा मन ते मेरा तन भी बंजर सी, पर मैं गुरु दे शब्द दे नाल उहनूं सिंजिया, कीर्तन दे नाल, कथा दे नाल, गुरबाणी दे अभ्यास दे नाल,
ਸਮਝ ਸਮਝ ਕੇ ਬਾਣੀ ਨੂੰ ਪੜ੍ਹਨ ਦੇ ਨਾਲ, ਵਾਹਿਗੁਰੂ ਮੰਤਰ ਦੇ ਨਾਲ ਸਿੰਚੈ ਸੁਦਾ ਸੰਜੋਰ, ਮੈਂ ਸਿੰਜ ਲਿਆ। ਇੱਦਾਂ ਮੈਂ ਆਪਦੇ ਅੰਦਰੋਂ ਹੀ ਇਹ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ। ਇਹ ਰਸ ਦੇ ਵਿੱਚ ਮੈਂ ਮਗਨ ਰਿਹਾ, ਮਸਤ ਰਿਹਾ। ਬਾਕੀ ਜਿਹੜੇ ਵਿਖਿਆ ਸੀ, ਵਿਕਾਰ ਸੀ, ਉਹਨਾਂ ਨੂੰ ਮੈਂ ਤੋਰਤਾ। ਜਿਵੇਂ ਘਰ ਦੇ ਵਿੱਚੋਂ ਡੋਲੀ ਤੋਰੀ ਜਾਂਦੀ ਆ ਨਾ, ਲੜਕੀ ਵਿਦਾ ਕੀਤੀ ਜਾਂਦੀ ਆ, ਮੈਂ ਵਿਕਾਰਾਂ ਨੂੰ ਆਪਦੇ ਦਿਲ ਚੋਂ ਇੱਦਾਂ ਵਿਦਾ ਕੀਤਾ ਹੈ, ਮਹਾਂ ਵਿਖਿਆ ਤੇ ਤੋਰ। ਇੱਦਾਂ ਮੈਂ ਉਹਨਾਂ ਨੂੰ ਤੇ ਤਿਆਰ ਕਰਕੇ ਤੋਰਤਾ ਤੇ ਇਸ ਤਰ੍ਹਾਂ ਤੋਰਿਆ ਕਿ ਹੁਣ ਮੁੜ ਨਾ ਆਇਓ। ਹੁਣ ਮੇਰਾ ਕਰਤਾ ਕਰ ਆ ਗਿਆ, ਨਸ ਵੰਜੋ ਕਿਲ ਵਿਖੋ, ਕਰਤਾ ਕਰ ਆਇਆ, ਕਰਤਾ ਕਰ ਆਇਆ। ਇਸ ਕਰਕੇ ਹਉਮੈ ਬੂਝੈ ਤਾਂ ਦਰ ਸੂਝੈ। ਗੁਰੂ ਨਾਨਕ ਸਾਹਿਬ ਜੀ ਦੇ ਇਹ ਇੱਕ ਪੰਕਤੀ ਹੈ, ਇਹਦੇ ਵਿੱਚ ਸਭ ਕੁਝ ਹੀ ਕਹਿ ਦਿੱਤਾ ਉਹਨਾਂ ਨੇ। ਹਉਮੈ ਬੂਝੈ ਤਾਂ ਦਰ ਸੂਝੈ। ਹੇ ਬੰਦਿਆ, ਜੇ ਤੂੰ ਆਪਣੇ ਆਪ ਦੀ ਮੈਂ ਨੂੰ ਬੁੱਝ ਲਵੇਂ ਤਾਂ ਉਹ ਦਰ ਖੁੱਲ੍ਹ ਜਾਵੇ। ਜੇ ਤੂੰ ਆਪਣੀ ਮੈਂ ਨੂੰ ਬੁੱਝ ਲਵੇਂ ਨਾ ਕਿ ਮੈਂ ਇਹ ਕੀਤਾ, ਮੈਂ ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਪਾਪ ਪੁੰਨ ਵਿਚਾਰ। ਬੰਦੇ ਤੋਂ ਪੁੰਨ ਤੇ ਪਾਪ ਪਤਾ ਕਦੋਂ ਹੁੰਦੇ ਨੇ? ਜਦੋਂ ਉਹ ਮੈਂ ਕਹਿੰਦਾ ਹੈ। ਜਦੋਂ ਉਹ ਛੱਡ ਦੇਵੇ ਮੈਂ, ਫਿਰ ਪਾਪ ਪੁੰਨ ਵੀ ਨਹੀਂ ਹੁੰਦੇ, ਫਿਰ ਜੋ ਹੁੰਦਾ ਹੈ ਉਹ ਸਹੀ ਹੁੰਦਾ ਹੈ। ਕਿਉਂਕਿ ਕਈਆਂ ਦਾ ਪੁੰਨ ਵੀ ਪਾਪ ਦੇ ਵਰਗਾ ਹੀ ਆ। ਕਈ ਬਹੁਤ ਗਲਤ ਤਰੀਕੇ ਨਾਲ ਪੈਸਾ ਜੋੜ ਕੇ ਲੰਗਰ ਲਾਉਂਦੇ ਨੇ, ਜਿੱਦਾਂ ਮਲਕ ਭਾਗੋ ਸੀ, ਲਾਉਂਦਾ ਸੀ ਨਾ, ਕਰਦਾ ਪੁੰਨ ਸੀ, ਹੋ ਜਾਂਦਾ ਸੀ ਪਾਪ। ਜੇ ਬੰਦਾ ਹਉ ਦੇ ਵਿੱਚ ਆ ਕੇ ਹਉ ਵਿੱਚ ਰਵੇ, ਮੈਂ ਵਿੱਚ, ਤੇ ਪਾਪ ਪੁੰਨ ਕਰੇ, ਉਹ ਵੀ ਗਲਤ ਹੋਣਗੇ, ਚਾਹੇ ਉਹ ਪੁੰਨ ਆ ਤੇ ਚਾਹੇ ਉਹ ਪਾਪ ਆ। ਜਦੋਂ ਉਹ ਇਹ 'ਤੇ ਵਿਚਾਰ ਕਰਕੇ ਸਭ ਉਹਦੇ 'ਤੇ ਛੱਡੇ, ਜੋ ਕਰੇਗਾ ਉਹ ਸਹੀ ਹੋਵੇਗਾ। ਇਸ ਕਰਕੇ ਹਉਮੈ ਬੂਝੈ ਤਾਂ ਦਰ ਸੂਝੈ। ਇਹ ਅੱਗੇ ਵੀ ਆਪਾਂ ਇੱਕ ਸਾਖੀ, ਇਹ ਮੌਲਾਨਾ ਰੂਮੀ ਜੀ ਦੀ ਲਿਖੀ ਹੋਈ ਆ ਗਾਥਾ, ਅੱਗੇ ਕਈ ਵਾਰੀ ਸਾਂਝੀ ਕੀਤੀ ਆ ਕਿ ਇੱਕ ਉਸਤਾਦ ਸੀ, ਉਹ ਆਪਣੇ ਕਮਰੇ ਅੰਦਰ ਬੰਦ ਹੈ, ਉਹਦਾ ਚੇਲਾ ਆਉਂਦਾ ਹੈ, ਉਹ ਬੂਹਾ ਖੜਕਾਉਂਦਾ ਹੈ। ਬਿਲਕੁਲ ਇਹੀ ਪੰਕਤੀ ਦੀ ਅਰਥ ਕਰਦੇ ਨੇ। ਤੇ ਉਹ ਕਹਿੰਦੇ ਨੇ, ਅੰਦਰੋਂ ਆਵਾਜ਼ ਆਉਂਦੀ ਕਿ ਕੌਣ ਆ? ਚੇਲਾ ਕਹਿੰਦਾ ਕਿ ਮੈਂ ਹਾਂ। ਦਰਵਾਜ਼ਾ ਕੋਈ ਨਹੀਂ ਖੁੱਲ੍ਹਦਾ, ਉਹ ਬੋਲਦੇ ਹੀ ਨਹੀਂ ਅੰਦਰੋਂ ਉਸਤਾਦ ਜੀ। ਫਿਰ ਉਹ ਕੁੰਡਾ ਖੜਕਾਉਂਦਾ ਹੈ, ਫਿਰ ਪੁੱਛਦੇ ਨੇ ਕੌਣ ਆ? ਉਹ ਕਹਿੰਦਾ ਜੀ ਮੈਂ ਹਾਂ। ਫਿਰ ਨਹੀਂ ਦਰਵਾਜ਼ਾ ਖੁੱਲ੍ਹਦਾ। ਤੀਜੀ ਵਾਰੀ ਫਿਰ ਉਹੀ ਸਵਾਲ ਕਿ ਕੌਣ ਹੈ? ਇਸ ਵਾਰ ਉਹ ਕਹਿੰਦਾ ਕਿ ਤੁਸੀਂ ਹੀ ਹੋ। ਇਸ ਵਾਰੀ ਉਹ ਕਹਿੰਦਾ ਹੈ ਕਿ ਤੁਸੀਂ ਹੀ ਹੋ। ਬਾਹਰੋਂ ਖੜ ਕੇ ਚੇਲਾ, ਫਿਰ ਦਰਵਾਜ਼ਾ ਖੁੱਲ੍ਹਦਾ। ਫਿਰ ਉਹ ਦਰਵਾਜ਼ਾ ਖੁੱਲ੍ਹਦਾ, ਫਿਰ ਉਸਤਾਦ ਤੇ ਉਹ ਚੇਲੇ ਦਾ ਮੇਲ ਹੁੰਦਾ, ਫਿਰ ਉਹ ਵੀਣਾ ਵਜਾਉਣੀ ਉਹ ਤੋਂ ਸਿੱਖਦਾ ਹੈ। ਇਹ ਤਾਂ ਉਹਨਾਂ ਨੇ ਇੱਕ ਉਦਾਹਰਨ ਦੇ ਦਿੱਤੀ। ਹਉਮੈ ਬੂਝੈ, ਜਿੰਨਾ ਸਮਾਂ ਦਰਵਾਜ਼ੇ 'ਤੇ ਭਲਾ ਲਾਗੇ ਖੜਾ ਸੀ, ਪਰ ਮੈਂ ਕਹੀ ਗਿਆ, ਦਰਵਾਜ਼ਾ ਕੋਈ ਨਹੀਂ ਖੁੱਲ੍ਹਿਆ। ਜਦੋਂ ਕਿਹਾ ਤੂੰ ਕੌਣ ਆ, ਤੇ ਮੈਂ ਛੱਡ ਕੇ ਆਖਿਆ ਮੈਂ ਤੂੰ ਹੀ ਹਾਂ। ਅਸਲ ਵਿੱਚ ਸਾਡੀ ਜਿਹੜੀ ਮੈਂ ਹੈ ਉਹ ਤੂੰ ਦੇ ਆਸਰੇ ਟਿਕੀ ਹੋਈ ਆ। ਹਉਮੈ ਬੂਝੈ ਤਾਂ ਦਰ ਸੂਝੈ। ਜਿਹੜੀ ਸਾਡੀ ਹਉਮੈ ਆ, ਮੈਂ ਤੂੰ ਤੇ ਟਿਕੀ ਹੋਈ ਆ। ਤੂੰ ਪਰਮਾਤਮਾ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਤੂੰ ਕਹਿੰਦੇ ਨੇ ਰੱਬ ਨੂੰ, ਤੂੰ ਤੂੰ ਕਰਤਾ, ਰੱਬ ਰੱਬ ਕਰਦਾ, ਰੱਬ ਹੀ ਹੋ ਗਿਆ। ਹੁਣ ਮੇਰੇ ਵਿੱਚ ਮੈਂ ਨਹੀਂ ਰਹੀ, ਆਪਾ ਪਰਕਾ ਮਿਟ ਗਿਆ। ਪਹਿਲਾਂ ਲੱਗਦਾ ਸੀ ਕਬੀਰ ਕੱਪੜੇ ਬੁਣਦਾ, ਕਬੀਰ ਕੱਪੜੇ ਵੇਚਦਾ, ਕਬੀਰ ਦੀ ਬਾਣੀ ਆ ਇਹ। ਨਹੀਂ, ਇਹ ਰੱਬ ਦੀ ਹੋਈ ਬਾਣੀ ਆ। ਜਤ ਦੇਖੋ ਤਤ ਤੂੰ, ਇੱਦਾਂ ਦੀ ਅਵਸਥਾ ਬਣ ਗਈ ਸੀ ਬਾਅਦ ਵਿੱਚ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਮੰਨਦੇ ਹਾਂ ਹਉਮੈ ਬਹੁਤ ਵੱਡਾ ਰੋਗ ਆ, ਪਰ ਇਹਦਾ ਇਲਾਜ ਵੀ ਆ। ਮਹਾਰਾਜ ਕਹਿੰਦੇ ਇਹਦਾ ਇਲਾਜ ਵੀ ਆ
ਕਿਰਪਾ ਕਰੇ ਜੇ ਆਪਣੀ। ਇਹਦਾ ਇਲਾਜ ਕੀ ਆ? ਉਹਦੀ ਕਿਰਪਾ। ਇਹ ਦੂਜੇ ਨੰਬਰ 'ਤੇ ਗੁਰ ਕਾ ਸ਼ਬਦ ਕਮਾਏ। ਆਪਾਂ ਅੱਜ ਇਹੀ ਗੱਲ ਲਈ ਆ, ਕਮਾਈ ਕਰਨੀ, ਪੜ੍ਹਨਾ, ਸੁਣਨਾ ਤੇ ਕਮਾਉਣਾ। ਇਹਨਾਂ ਤਿੰਨਾਂ ਚੀਜ਼ਾਂ 'ਚ ਬਹੁਤ ਜ਼ਿਆਦਾ ਫਰਕ ਆ। ਮੈਂ ਪੜ੍ਹ ਰਿਹਾ, ਮਹਾਰਾਜ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀ ਹੈ। ਕੋਈ ਮੈਂ ਇਹਨੂੰ ਅਹਿਮੀਅਤ ਨਹੀਂ ਦੇ ਰਿਹਾ, ਪਰ ਗੱਲ ਇਹ ਇੱਕ ਦੂਜੇ ਨਾਲ ਜੁੜੀਆਂ ਨੇ, ਅੰਦਰੋਂ ਇੱਕ ਦੂਜੇ ਨਾਲ ਜੁੜੀਆਂ ਨੇ। ਮੈਂ ਸੁਣ ਰਿਹਾ, ਕਿਆ ਪੜ੍ਹੀ ਹੈ, ਕਿਆ ਸੁਣੀ ਹੈ, ਕਿਆ ਵੇਦ ਪਰਾਨਾ ਸੁਣੀ ਹੈ। ਸੁਣਨ ਦੇ ਨਾਲ ਕੀ ਹੋਊਗਾ? ਕੱਲਾ ਸੁਣਿਆ ਉਹਨੂੰ ਕਹਿ ਰਹੇ ਨੇ, ਪਰ ਜੇ ਸੁਣਿਆ, ਜੇ ਪੜ੍ਹਿਆ, ਉਹਦੇ ਨਾਲ ਪ੍ਰੇਮ ਜੁੜ ਗਿਆ, ਫੇਰ ਉਹ ਕਮਾਈ ਬਣ ਜਾਂਦੀ ਆ। ਦੇਖੋ, ਇੱਕ ਬੰਦਾ ਪੜ੍ਹ ਰਿਹਾ, ਸਿਰਫ ਜੇਤਾ ਪੜ੍ਹਿਆ ਤੇਤਾ ਕੜਿਆ, ਉਹ ਇੱਦਾਂ ਹੈ। ਇੱਕ ਸੁਣ ਰਿਹਾ ਪਰ ਸੁਣ ਹੀ ਰਿਹਾ, ਹੋਰ ਕੁਝ ਨਹੀਂ ਕਰ ਰਿਹਾ, ਅੱਗੇ ਨਹੀਂ ਵੱਧ ਰਿਹਾ, ਸੁਣ ਹੀ ਰਿਹਾ। ਮਹਾਰਾਜ ਕਹਿੰਦੇ ਉਹਦੇ ਨਾਲ ਕੀ ਹੋਊਗਾ? ਕੁਝ ਵੀ ਨਹੀਂ। ਹੁਣ ਕੋਈ ਪੜ੍ਹ ਵੀ ਰਿਹਾ, ਕੋਈ ਸੁਣ ਵੀ ਰਿਹਾ, ਨਾਲ ਉਹਨੇ ਮਨ 'ਚ ਪ੍ਰੇਮ ਵੀ ਕੀਤਾ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਇਵੇਂ ਉਹਨੇ ਨਾਮ ਦੀ ਕਮਾਈ ਕੀਤੀ ਆ। ਉਹਨੇ ਪੜ੍ਹਿਆ ਨਹੀਂ, ਇਕੱਲਾ ਸੁਣਿਆ ਨਹੀਂ, ਉਹਨੇ ਹੁਣ ਕਮਾਈ ਕਰਨੀ ਸ਼ੁਰੂ ਕੀਤੀ ਆ। ਅਸਲ 'ਚ ਬਾਣੀ ਪੜ੍ਹਨ ਦਾ ਮਨੋਰਥ ਆ ਉਹਦੀ ਕਮਾਈ ਕਰਨਾ, ਪਰ ਕਮਾਈ ਹੁੰਦੀ ਉਦੋਂ ਆ ਜਦੋਂ ਇਹਨੂੰ ਪੜ੍ਹਦੇ ਤੇ ਸੁਣਦੇ ਹਾਂ। ਤਾਂ ਕਰਕੇ ਪੜ੍ਹਨਾ ਪਹਿਲਾ ਕਦਮ ਆ, ਸੁਣਨਾ ਪਹਿਲਾ ਕਦਮ ਆ, ਕਮਾਈ ਉਹਦਾ ਫਲ ਆ ਪੜ੍ਹੇ ਸੁਣੇ ਦਾ। ਪਰ ਪਹਿਲਾਂ ਸਿੱਧਾ ਇੱਦਾਂ ਹੀ ਨਹੀਂ ਹੁੰਦਾ ਕਿ ਹੁਣੇ ਕਮਾਈ ਹੋਣ ਲੱਗ ਜੂ। ਹੌਲੀ ਹੌਲੀ ਆਪਾਂ ਪੜ੍ਹਦੇ ਹਾਂ, ਹੌਲੀ ਹੌਲੀ ਆਪਾਂ ਸੁਣਦੇ ਹਾਂ, ਫੇਰ ਜਾ ਕੇ ਕਮਾਈ ਹੁੰਦੀ। ਪਰ ਜਿਹੜੇ ਕਮਾਈ ਤੋਂ ਬਿਨਾਂ ਇੱਦਾਂ ਗਿਆਨ ਦਿੰਦੇ ਨੇ, ਜਾਂ ਕੋਈ ਵੀ ਬੰਦਾ ਹੋਵੇ, ਉਹਦਾ ਅਸਰ ਕੋਈ ਨਹੀਂ ਹੁੰਦਾ। ਬੰਦਗੀ ਤੋਂ ਵਿਹੂਣਿਆਂ ਦੇ ਬੋਲ ਇੱਦਾਂ ਨੇ, ਖਾਲੀ ਬੰਦੂਕ ਖੜਕਾ ਬਹੁਤ ਕਰਦੀ ਆ, ਪਰ ਮਾਰ ਨਹੀਂ ਕਰਦੀ, ਖੜਕਾ ਹੀ ਕਰੂਗੀ। ਬੰਦਗੀ ਵਾਲੇ ਨੇ ਤੁਹਾਨੂੰ ਛੋਟੀ ਜੀ ਗੱਲ ਕਹਿਤੀ ਨਾ, ਨਿੱਕੀ ਜੀ ਗੱਲ ਕਹਿਤੀ, ਤੇ ਉਹਦਾ ਅਸਰ ਜਦੇ ਹੀ ਹੋ ਜਾਣਾ, ਉਦੋਂ ਤੁਸੀਂ ਬਦਲ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਸਾਨੂੰ ਬਹੁਤ ਗਿਆਨ ਦੀ, ਇੱਦਾਂ ਵੱਡੀਆਂ ਗੱਲਾਂ ਦੀ ਲੋੜ ਨਹੀਂ, ਨਾਮ ਦੀ ਕਮਾਈ ਦੀ ਲੋੜ ਹੈ। ਇਸ ਕਰਕੇ ਨਾਨਕ ਕਥਨਾ ਕਰੜਾ ਸਾਰ, ਜਿਹੜਾ ਬ੍ਰਹਮ ਗਿਆਨ ਆ ਉਹਦੇ ਬਾਰੇ ਕਥਨ ਕਰਨਾ ਲੋਹੇ ਦੇ ਚਣੇ ਚਬਾਉਣ ਦੇ ਬਰਾਬਰ ਆ, ਲੋਹੇ ਦੇ ਦਾਣੇ ਚਬਾਉਣ ਦੇ ਬਰਾਬਰ ਆ। ਇੰਨਾ ਔਖਾ ਹੈ, ਕਥਨਾ ਕਰੜਾ ਸਾਰ ਹੈ। ਪਰ ਉਹਦੀ ਕਮਾਈ ਕੀਤੀ ਹੋਈ ਇੱਕ ਸ਼ਬਦ ਹੀ ਬਹੁਤ ਆ। ਇੱਦਾਂ ਕਰਕੇ ਪੰਗਤੀ ਆਉਂਦੀ ਆ, ਮਨ ਸਮਝਾਵਣ ਕਾਰਣੈ ਕਛੂ ਇੱਕ ਪੜੀਐ ਗਿਆਨ। ਮਨ ਨੂੰ ਬਦਲਣ ਲਈ ਤਾਂ ਇੱਕ ਅੱਖਰ ਹੀ ਬਹੁਤ ਆ, ਥੋੜ੍ਹਾ ਜਿਹਾ ਅੱਖਰ ਹੀ ਬਹੁਤ ਆ। ਮਨ ਨੇ ਮਤਲਬ ਜਦੋਂ ਸਮਝਣਾ, ਕਿਰਪਾ ਹੋਣੀ ਆ, ਥੋੜ੍ਹਾ ਜਿਹਾ ਇੱਕ ਅੱਧੇ ਅੱਖਰ ਦੀ ਲੋੜ ਆ, ਇਹਨੇ ਬਦਲ ਜਾਣਾ। ਇਸ ਕਰਕੇ ਇਹ ਸਾਰੀਆਂ ਕਿਰਪਾ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਮਨ ਸਮਝਾਵਣ ਕਾਰਣੈ ਕਛੂ ਇੱਕ ਪੜੀਐ ਗਿਆਨ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਇੱਕ ਅੱਖਰ ਨਾਲ ਬੰਦੇ ਦੀ ਜ਼ਿੰਦਗੀ ਬਦਲਦੀ ਆ, ਪਰ ਉਹਨੂੰ ਕਮਾਉਣ ਲਈ ਕਰੋੜਾਂ ਅੱਖਰਾਂ ਨੂੰ ਵਾਰ-ਵਾਰ ਰਿਪੀਟ ਦੇ ਵਿੱਚ ਪਿਆਰ ਨਾਲ ਪੜ੍ਹਨਾ ਪੈਂਦਾ ਹੈ। ਪੜ੍ਹਨ ਨਾਲ, ਸੁਣਨ ਨਾਲ, ਤੇ ਉਦੋਂ ਬਾਅਦ ਪਲੱਸ ਉਹਦੇ ਵਿੱਚ ਇੱਕ ਭਾਉ ਆ, ਪਿਆਰ ਆ। ਇਕੱਲਾ ਪੜ੍ਹਨਾ ਸੁਣਨਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਬਹੁਤ ਲੋਕ ਬਹੁਤ ਪੜ੍ਹੇ ਹੋਏ ਨੇ। ਕਬੀਰ ਸਾਹਿਬ ਕੋਈ ਇੱਦਾਂ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ, ਆਮ ਉਹ ਇਹਨਾਂ ਨੂੰ ਤਾਂ ਜਾਣ ਹੀ ਨਹੀਂ ਦਿੱਤਾ। ਉਦੋਂ ਦੇ ਜਿਹੜੇ ਵਿਦਿਆਲੇ ਸੀ ਕਿ ਇਹ ਜਲਾਹੇ ਨੇ, ਭਗਤ ਰਵਿਦਾਸ ਜੀ ਨੂੰ ਨਹੀਂ ਪੜ੍ਹਨ ਦਿੱਤਾ। ਉਦੋਂ ਕਥਾ ਜਿਹੜੇ ਸੁਣਦੇ ਸੀ, ਸਿਰਫ ਬ੍ਰਾਹਮਣ ਸੁਣਦੇ ਸੀ, ਕਰਦੇ ਸੀ, ਸਿਰਫ ਬ੍ਰਾਹਮਣ ਕਰਦੇ ਸੀ। ਇੱਕ ਵਾਰ ਦੀ ਗੱਲ ਆ, ਤੁਸੀਂ ਸੁਣ ਕੇ ਹੈਰਾਨ ਬਹੁਤ ਹੋਵੋਗੇ। ਮਤਲਬ ਮਹਾਰਾਜ ਨਹੀਂ ਕਿਸੇ ਨੂੰ ਨੀਚਾ ਮੰਨਦੇ, ਸ਼ਬਦ ਜਦੋਂ ਵਰਤਣੇ ਪੈਂਦੇ ਨੇ ਜਾਤ ਬਾਰੇ, ਤੇ ਇੱਕ ਨੀਚ ਜਾਤ ਦੀ ਮਤਲਬ ਸੀ, ਲੋਕਾਂ ਦੇ ਅਨੁਸਾਰ ਸੀ, ਨੀਵੀਂ ਜਾਤੀ ਵਾਲਾ ਵਿਚਾਰਾ ਕੋਈ ਗੁਰਮੁਖ ਸੀ ਕੋਈ। ਉਹ ਨਾ ਵੇਦਾਂ ਦੀ ਕਥਾ ਹੋ ਰਹੀ ਸੀ, ਉਹ ਲਾਗੇ ਕੰਧ ਦੇ ਨਾਲ ਲੁੱਕ ਕੇ ਬਹਿ ਗਿਆ। ਇੱਦਾਂ ਉਹਦੇ ਮਨ 'ਚ ਪਿਆਰ ਸੀ, ਉਹ ਸੁਣਨਾ ਚਾਹੁੰਦਾ ਸੀ।
ਜਦੋਂ ਕਥਾ ਦੀ ਸਮਾਪਤੀ ਕਰਤੀ ਉਹਨਾਂ ਦੇਖਿਆ ਕਿ ਇਹ ਬੰਦਾ ਨੀਵੀਂ ਜਾਤੀ ਦਾ, ਬ੍ਰਾਹਮਣ ਕਹਿੰਦੇ, ਇਹਨੇ ਸੁਣ ਕਿੱਦਾਂ ਲਈ ਇਹ ਕਥਾ, ਇਹ ਨਹੀਂ ਸੁਣ ਸਕਦਾ। ਕਹਿੰਦੇ ਹੁਣ ਕੀ ਕਰੀਏ, ਇਹਦੇ ਅੰਦਰ ਚਲੀ ਗਈ ਕਥਾ। ਤਾਂ ਕੱਚ ਢਾਲ ਕੇ, ਸਿੱਕੇ ਢਾਲ ਕੇ ਕੰਨਾਂ 'ਚ ਪਾਤੇ ਸੀ ਉਹਦੇ। ਕਿਸੇ ਸਮੇਂ ਕਥਾ ਨੂੰ ਲੋਕ ਤਰਸਦੇ ਸੀ, ਉਦੋਂ ਉਹ ਵੇਲਾ ਸੀ ਜਦੋਂ ਲੋਕ ਕਹਿੰਦੇ ਸੀ ਸਾਨੂੰ ਸੁਣਨ ਨੂੰ ਮਿਲੇ, ਸਾਨੂੰ ਸੁਣਨ ਨੂੰ ਮਿਲੇ। ਇੱਦਾਂ ਜਾਨ ਨਿਸ਼ਾਵਰ ਹੋ ਗਈ ਸੀ ਉਹਦੀ, ਕੰਨਾਂ 'ਚ ਸਾਰੇ ਕੰਨ ਪਰਦੇ ਪਾੜ ਗਏ, ਇੰਨੀ ਪੀੜਾ ਸੀ। ਅੱਜ ਸਭ ਕੁਝ ਹੈ ਤੇ ਬੰਦੇ ਨੂੰ ਕਦਰ ਨਹੀਂ। ਸਿੱਖਾਂ ਦੇ ਵਿੱਚ ਹੀ ਨਹੀਂ ਇਹ ਪ੍ਰੋਬਲਮ, ਆਪਣੇ ਵਿੱਚ ਹੀ ਨਹੀਂ। ਆਪਾਂ ਕਹਿੰਦੇ ਸਾਡੇ ਜਵਾਕ ਗੁਟਕਾ ਸਾਹਿਬ ਨਹੀਂ ਚੁੱਕਦੇ, ਕਿਤਾਬਾਂ ਨਹੀਂ ਪੜ੍ਹਦੇ। ਮੁਸਲਮਾਨ ਵਿਚਾਰੇ ਉਹ ਵੀ ਕਹੀ ਜਾਂਦੇ ਆ ਕਿ ਕੁਰਾਨ ਸ਼ਰੀਫ ਘਰ 'ਚ ਪਈ ਆ ਅਲਮਾਰੀ 'ਚ, ਅਤੇ ਉਹਦੇ ਤਰਜਮੇ ਸਾਡੇ ਜਵਾਕ ਕੋਈ ਨਹੀਂ ਖੋਲ੍ਹਦੇ। ਇਹ ਨਮਾਜ਼ ਵੀ ਖੁਝਾ ਦਿੰਦੇ ਆ, ਉਹ ਵੀ ਹੁਣ ਕਹਿੰਦੇ ਆ। ਗੋਰੇ ਨੇ, ਅੰਗਰੇਜ਼ ਨੇ ਵੀ ਕਹਿੰਦੇ ਚਰਚਾਂ ਤਾਂ ਐਤਵਾਰ ਨੂੰ ਖੁੱਲ੍ਹਦੀਆਂ, ਸੰਡੇ ਨੂੰ, ਵੀਕਐਂਡ 'ਤੇ, ਸੈਟਰਡੇ ਸੰਡੇ, ਸ਼ਨੀ ਐਤਵਾਰ। ਉੱਦਾਂ ਕੋਈ ਨਹੀਂ, ਉੱਦਾਂ ਸੁਣਨੀਆਂ ਹੀ ਪਈਆਂ ਚਰਚਾਂ। ਸਾਰੇ ਪਾਸੇ ਇਹੀ ਹਾਲ ਹੈ। ਹਿੰਦੂ ਵੀਰਾਂ ਦੀ ਭਾਗਵਤ ਗੀਤਾ ਹੈ, ਨੌਜਵਾਨ ਕੋਈ ਨਹੀਂ ਖੋਲ੍ਹ ਕੇ ਵੇਖਦੇ ਉਹਨੂੰ। ਇੱਦਾਂ ਸਾਰੇ ਪਾਸੇ ਹੀ ਇਹ ਮਤਲਬ ਜੋ ਹੋ ਰਿਹਾ ਹੈ। ਤਾਂ ਕਿਸੇ ਸਮੇਂ ਹੁੰਦਾ ਸੀ ਜਦੋਂ ਇਹ ਚੀਜ਼ਾਂ ਨੂੰ ਲੋਕ ਇੱਦਾਂ ਸ਼ੁਕਰ ਸਬਰ ਦੇ ਨਾਲ ਪੜ੍ਹਿਆ ਕਰਦੇ ਸੀ ਅਤੇ ਕਿਹਾ ਕਰਦੇ ਸੀ ਵਾਹਿਗੁਰੂ। ਬਾਹਲੇ ਸਿਆਣੇ ਨਹੀਂ ਸੀ, ਪਰ ਤਾਂ ਵੀ ਉਹ ਥੋੜ੍ਹੇ ਨਹੀਂ ਸੀ, ਰੱਜੇ ਸੀ। ਅੱਜ ਅਸੀਂ ਥੁੜ ਗਏ ਹਾਂ, ਸਭ ਕੁਝ ਪਾ ਕੇ ਵੀ ਕੁਝ ਨਹੀਂ ਪਾਇਆ। ਇਸ ਕਰਕੇ ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵੋ ਤੁਮਰੀ ਓਰ। ਵਾਹਿਗੁਰੂ, ਮੈਂ ਆਪਦੀਆਂ ਸਿਆਣਪਾਂ ਵੇਖ ਲੀਆਂ ਕਰਕੇ, ਪਰ ਹੁਣ ਮੈਂ ਤੇਰੀ ਸ਼ਰਨ ਆ ਗਿਆ ਹਾਂ। ਦੀਨ ਦੁਖ ਭੰਜਨ, ਤੁਸੀਂ ਦੁੱਖ ਨੂੰ ਨਾਸ ਕਰਨ ਵਾਲੇ ਹੋ, ਤੋੜਨ ਵਾਲੇ ਹੋ। ਅਤੇ ਚਿਤਵੋ ਤੁਮਰੀ ਓਰ, ਮੈਂ ਅੰਦਰ ਆਪਦੇ ਮਨ 'ਚ ਤੁਹਾਡੀ ਓਰ, ਤੁਹਾਡੇ ਵੱਲ ਵੱਧ ਰਿਹਾ ਹਾਂ। ਯਾਦ ਮੇਰੀ ਹੁਣ ਤੁਹਾਡੇ ਵੱਲ ਵੱਧ ਰਹੀ ਆ। ਮੈਂ ਤੁਹਾਨੂੰ ਚੇਤੇ ਕਰਨਾ ਸ਼ੁਰੂ ਕੀਤਾ। ਚਿਤਵੋ ਦੇ ਅਰਥ ਆ ਚੇਤੇ ਕਰਨਾ, ਤੁਮਰੀ ਤੁਹਾਡੇ ਵੱਲ, ਓਰ ਤੁਹਾਡੇ ਵੱਲ ਨੂੰ ਮੈਂ ਚਿਤਵ ਰਿਹਾ, ਆਪਦੇ ਮਨ 'ਚ ਤੁਹਾਨੂੰ ਯਾਦ ਕਰਦਾ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਸ਼ੋਰ। ਮੈਨੂੰ ਉਹ ਨਿਰਭੈ ਪਦ ਦੇਵੋ, ਮੈਂ ਡੋਲਾਂ ਨਾ। ਸਿਮਰਨ ਦੇਵੋ, ਮੇਰੇ ਬੰਧਨਾਂ ਤੋਂ ਮੈਨੂੰ ਛਡਾ ਲਵੋ। ਮੈਂ ਅੰਧ ਵਿਸ਼ਵਾਸ ਦੀਆਂ ਬੇੜੀਆਂ 'ਚ ਜਕੜਿਆ ਹਾਂ, ਮੈਂ ਦੇ ਵਿੱਚ ਹਾਂ ਅਤੇ ਹਉਮੈ ਬੂਝੈ। ਮੈਨੂੰ ਇਹਦੀ ਆਪਦੀ ਮੈਂ ਦੀ ਸਮਝ ਹੀ ਆ ਜਾਏ ਨਾ, ਅਤੇ ਤੇਰਾ ਦਰ ਖੁੱਲ੍ਹ ਜਾਏਗਾ। ਬੰਦੇ ਨੂੰ ਜੇ ਆਪਦੀ ਸਮਝ ਹੀ ਆ ਜਾਏ, ਆਪਦੀ ਮੈਂ ਦੀ, ਵੀ ਮੈਂ ਇਵੇਂ ਕਿਉਂ ਆ, ਬਸ ਉਦੋਂ ਹੀ ਕੁੰਜੀ ਮਿਲ ਜਾਂਦੀ ਆ, ਖੁੱਲ੍ਹ ਜਾਂਦੀ ਆ। ਇਸ ਕਰਕੇ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਉਹ ਬੰਦਾ ਜਿਹੜਾ ਗੁਰੂ ਨਾਲੋਂ ਟੁੱਟਿਆ ਹੈ, ਜਿਹਦੇ ਅੰਦਰ ਗੁਰੂ ਦੀ ਯਾਦ ਨਹੀਂ, ਕਲਗੀਆਂ ਵਾਲੇ ਦੀ, ਉਹ ਬੰਦਾ ਉਹ ਖੇਤ ਵਾਂਗ ਆ ਜਿਹਦੇ ਵਿੱਚ ਕੰਡੇ ਹੀ ਕੰਡੇ ਅਤੇ ਝਾੜੀਆਂ ਹੀ ਝਾੜੀਆਂ ਨੇ। ਜਿਹੜੇ ਮੁਸਾਫਰ ਰਾਹੀ ਪਾਂਧੀ ਆਉਂਦੇ ਨੇ ਵੀ ਚਲੋ ਖੇਤ ਆ ਗਿਆ, ਪਾਣੀਓ ਹੀ ਪੀ ਲਈਏ, ਇੱਥੋਂ ਫਲ ਖਾ ਲਈਏ, ਕੁਝ ਤੋੜ ਕੇ, ਅਤੇ ਉੱਥੇ ਲੱਭਦਾ ਉਹਨਾਂ ਨੂੰ ਕੁਝ ਨਹੀਂ। ਜਿਹੜੇ ਬੰਦਿਆਂ ਅੰਦਰ ਪਰਮਾਤਮਾ ਦਾ ਪਿਆਰ ਨਹੀਂ ਆਉਂਦਾ, ਚਾਰ ਜਾਣੇ ਉਹਨੂੰ ਮਿਲਣ ਆਉਂਦੇ ਨੇ ਅਤੇ ਉਹ ਵੀ ਉੱਦਾਂ ਨਿਰਾਸ਼ ਹੋ ਕੇ ਮੁੜਦੇ ਨੇ, ਜਿੱਦਾਂ ਕੰਡੇ ਅਤੇ ਝਾੜੀਆਂ ਵਾਲੇ ਖੇਤ 'ਚੋਂ ਇੱਕ ਪਿਆਸਾ ਅਤੇ ਭੁੱਖਾ ਬੰਦਾ ਮੁੜ ਜਾਂਦਾ ਹੈ। ਇੱਦਾਂ ਉਹ ਲੋਕਾਂ ਕੋਲੋਂ ਨਿਰਾਸ਼ ਹੋ ਕੇ ਮੁੜਨਾ ਪੈਂਦਾ ਜਿਨ੍ਹਾਂ ਦਾ ਗੁਰੂ ਨਾਲ ਕੋਈ ਪਿਆਰ ਅਤੇ ਤਾਲੁਕ ਨਹੀਂ ਹੁੰਦਾ। ਉਮਰ ਭਰ ਗਾਲਿਬ ਯਹੀ ਇੱਕ ਗਲਤੀ ਕਰਤਾ ਰਹਾ, ਦੂਰ ਤੋਂ ਚਿਹਰੇ ਪਰ ਥੀ ਪਰ ਆਇਨਾ ਸਾਫ਼ ਕਰਤਾ ਰਹਾ। ਗਾਲਿਬ ਜੀ ਕਹਿੰਦੇ ਇੱਕ ਗਲਤੀ ਮੈਥੋਂ ਵੀ ਹੋਈ ਸੀ, ਗੁਰੂ ਤੋਂ ਬਿਨਾਂ, ਆਪਦੇ ਗਿਆਨ ਤੋਂ ਬਿਨਾਂ। ਦਾਗ ਧੱਬੇ ਸੀ, ਧੂੜ ਕਣ ਸੀ ਚਿਹਰੇ 'ਤੇ, ਜਿਉਂ ਸ਼ੀਸ਼ੇ ਨੂੰ ਰਗੜਨਾ ਸਵੇਰੇ ਉੱਠ ਕੇ, ਵੀ ਸ਼ੀਸ਼ੇ 'ਤੇ ਹੀ ਆ, ਪਤਾ ਨਹੀਂ ਵੀ ਸ਼ੀਸ਼ੇ 'ਤੇ ਦਾਗ ਲੱਗੇ ਨੇ। ਸਾਰੀ ਉਮਰ ਇੱਕ ਗਲਤੀ ਕੀਤੀ, ਵਾਰ-ਵਾਰ ਉਹੀ ਕੀਤੀ, ਉਹੀ ਦੁਹਰਾਈ ਆ। ਅਸੀਂ ਵੀ ਇੱਦਾਂ ਹੀ ਕੀਤਾ, ਇੱਕ ਵਾਰ ਮੈਂ ਸੀ, ਦੋ ਵਾਰ ਸੀ, ਸਦਾ ਹੀ ਦੁਹਰਾਈ ਆ। ਇੱਦਾਂ ਕਰਕੇ ਮਹਾਰਾਜ ਸਾਨੂੰ ਇਹ ਚੀਜ਼ਾਂ ਤੋਂ ਬਚਾਉਣਾ ਚਾਹੁੰਦੇ ਨੇ ਅਤੇ ਉਹ ਸਦਾ ਹੀ ਕਹਿੰਦੇ ਨੇ ਕਿ ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਤਾਂ ਮਨ ਜਿਹੜਾ ਹੈ
ਉਹਨੂੰ ਕਰਤ ਕਿਆਰੂ, ਉਹਦੀਆਂ ਕਿਆਰੀਆਂ ਬਣਾ ਕੇ ਨਾ ਤੇ ਸਿੰਚੈ ਸੁਦਾ ਸੰਜੋਰ, ਉਹਦੇ ਵਿੱਚ ਚੰਗੇ ਚੰਗੇ ਬੂਟੇ ਸਾਨੂੰ ਲਾਉਣੇ ਚਾਹੀਦੇ ਆ। ਜ਼ਮੀਨ ਦੀ ਮਹਾਰਾਜ ਨਹੀਂ ਗੱਲ ਕਰ ਰਹੇ। ਗੁਰੂ ਨਾਨਕ ਸਾਹਿਬ ਜੀ ਦੀ ਇੱਕ ਸਾਖੀ ਬੜੀ ਪਿਆਰੀ ਆ, ਤੁਹਾਨੂੰ ਹੋਰ ਵੀ ਪਿਆਰ ਪਾਵੇਗੀ ਉਹਨਾਂ ਨਾਲ। ਦੁਨੀਆ ਦੇ ਫੇਰੀ ਤੋਂ ਬਾਅਦ ਨਾ ਜਦੋਂ ਉਦਾਸੀ ਕੀਤੀ ਆ, ਪਹਿਲੀ ਉਦਾਸੀ, ਦੂਜੀ, ਤੀਜੀ, ਚੌਥੀ, ਇਹਨਾਂ ਦੇ ਵਿੱਚੋਂ ਹੀ ਇੱਕ ਦਿਨ ਘਰ ਆ ਗਏ ਰਾਏ ਭੋਏ ਦੀ ਤਲਵੰਡੀ। ਨਨਕਾਣਾ ਸਾਹਿਬ ਤਾਂ ਬਾਅਦ 'ਚ ਬਣਦਾ ਉਹਦਾ ਨਾਮ। ਚੰਦਰਭਾਨ ਸੀ ਤੇ ਉਹਨਾਂ ਦੇ ਖੂਹ ਤੇ ਬਹਿ ਗਏ, ਘਰੇ ਨਹੀਂ ਆਏ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਮੈਂ ਘਰ ਹੋ ਆਵਾਂ, ਬਹੁਤ ਸਮਾਂ ਹੋ ਗਿਆ। ਸਜਾਦਾ ਵਜਾਦਾ ਕਾਕੋ ਦਾ ਮੁਖ ਦੇਖਿਆ। ਇਹਨਾਂ ਦੇ ਬੱਚਿਆਂ ਦੇ ਨਾਮ ਸੀ ਭਾਈ ਸਜਾਦਾ ਜੀ, ਭਾਈ ਰਜਾਦਾ ਜੀ, ਬੱਚੀ ਦਾ ਨਾਮ ਸੀ ਕਾਕੋ ਜੀ। ਕਹਿੰਦੇ ਬਹੁਤ ਟਾਈਮ ਹੋ ਗਿਆ, ਕਾਕੋ ਨੂੰ ਮਿਲਿਆ ਨਹੀਂ ਆ, ਸਜਾਦੇ ਨੂੰ ਮਿਲਿਆ ਨਹੀਂ, ਮੈਂ ਜਾ ਆਵਾਂ ਜੀ ਘਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਾਓ। ਉੱਦਾਂ ਹੀ ਸੋਹਣੀ ਜੀ ਜਿਹੜੀ ਰਵਾਬ ਆ 6 ਤਾਰਾਂ ਵਾਲੀ ਮੋਢਿਆਂ ਤੇ ਟੰਗੀ, ਜਿਹੜੀ ਬੇਬੇ ਨਾਨਕੀ ਨੇ ਲੈ ਕੇ ਦਿੱਤੀ ਸੀ, ਤੇ ਉਹ ਟੰਗੀ ਤੇ ਘਰ ਆ ਗਏ। ਤੇ ਮਾਤਾ ਤ੍ਰਿਪਤਾ ਜੀ ਨੇ ਦੇਖ ਲਿਆ ਕਿ ਭਾਈ ਸਾਹਿਬ ਆ ਗਏ ਤੇ ਮੇਰਾ ਪੁੱਤਰ ਵੀ ਇੱਥੇ ਹੀ ਹੋਵੇਗਾ। ਪੁੱਛਦੇ ਸੀ ਕਿ ਆਏ ਆ ਤੇਰੇ ਨਾਲ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਦੱਸਿਓ ਨਾ, ਕਿਉਂਕਿ ਮੋਹ ਦੇ ਬੰਧਨ ਹੁੰਦੇ ਨੇ। ਕਹਿੰਦੇ ਸੀ ਦੱਸਿਓ ਨਾ ਤੁਸੀਂ, ਪਰ ਬੁੱਝ ਕੇ ਮਾਤਾ ਜੀ ਨੂੰ ਸਭ ਪਤਾ ਲੱਗ ਜਾਂਦਾ। ਕਹਿੰਦੇ ਨੇ ਕਿ ਮਾਵਾਂ ਕੀ ਹੁੰਦੀਆਂ ਨੇ, ਦੁਨੀਆ 'ਚ ਕੁਝ ਇਹੋ ਜਿਹੇ ਸਰੀਰ ਹੁੰਦੇ ਆ ਜਿਨ੍ਹਾਂ ਕੋਲ ਭਾਵੇਂ ਕੁਝ ਨਾ ਬੋਲੋ ਉਹ ਬੁੱਝ ਲੈਂਦੇ ਨੇ, ਜਿਨ੍ਹਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਆਪੇ ਹੀ ਜਾਣ ਲੈਂਦੇ ਨੇ, ਉਹਨੂੰ ਹੀ ਮਾਂ ਕਹਿੰਦੇ ਨੇ। ਮਾਂ ਸਭ ਕੁਝ ਜਾਣਦੀ ਹੁੰਦੀ ਆ। ਤੇ ਬੁੱਝ ਲਿਆ ਮੇਰਾ ਪੁੱਤਰ ਇੱਥੇ ਹੀ ਆ, ਲਾਗੇ ਹੀ ਆ। ਕਹਿੰਦੇ ਦੱਸ ਦੇ ਕਿੱਥੇ ਆ, ਮੈਂ ਉਹਨੂੰ ਕੁਝ ਖਾਣ ਲਈ ਦੇ ਆਵਾਂਗੀ। ਪਤਾ ਨਹੀਂ ਮਾਂ ਨੇ ਤਾਂ ਮਾਂ ਦੇ ਹਿਸਾਬ ਨਾਲ ਸੋਚਣਾ ਨਾ, ਮਾਤਾ ਤ੍ਰਿਪਤਾ ਜੀ ਨੇ ਤਾਂ ਕਹਿਣ ਲੱਗੇ ਉੱਥੇ ਖੂਹ ਤੇ ਬੈਠੇ ਆ ਚੰਦਰਭਾਨ ਜੀ ਦੇ ਤੇ ਭਾਈ ਬਾਲਾ ਜੀ ਦੇ ਜਿਹੜੇ ਪਿਤਾ ਜੀ ਹਨ, ਤੇ ਉਹਨਾਂ ਦੇ ਖੂਹ ਤੇ ਬੈਠੇ ਆ, ਜਾਓ ਕਰ ਲਓ ਦੀਦਾਰ। ਫਿਰ ਸਲੂਣੇ ਪਦਾਰਥ ਬਣਾਏ, ਨਮਕੀਨ ਬਣਾਏ ਮਾਤਾ ਜੀ ਨੇ, ਮਿੱਠੇ ਬਣਾਏ ਕਿ ਮੇਰਾ ਪੁੱਤਰ ਇੰਨੇ ਚਿਰ ਬਾਅਦ ਆਇਆ, ਤੇ ਝੋਲੇ 'ਚ ਪਾ ਕੇ ਜਾਂਦੇ ਨੇ। ਤੇ ਪਟਵਾਰੀ ਸਾਹਿਬ ਪਿਤਾ ਖਲਿਆਣ ਚੰਦ ਜੀ ਪਿੱਛੇ ਹੀ ਜਾਂਦੇ ਨੇ, ਕਿਉਂਕਿ ਉਹਨਾਂ ਨੇ ਥੋੜ੍ਹਾ ਇੱਦਾਂ ਘੂਰਨਾ ਹੁੰਦਾ ਹੈ ਨਾ। ਤੇ ਜਦੋਂ ਮਾਤਾ ਜੀ ਗਏ, ਕੱਚੇ ਪਹੇ ਤੇ ਪਹੁੰਚੇ ਤੇ ਖੂਹ ਤੇ ਅੱਖਾਂ ਮੀਟ ਕੇ ਬੈਠੇ ਨੇ। ਤੇ ਮਾਤਾ ਜੀ ਨੇ ਜਦੋਂ ਦੇਖਿਆ, ਪੁੱਤਰ ਨਾਨਕ ਦੇਖ ਤੇਰੇ ਵਾਸਤੇ ਮੈਂ ਕਿੰਨਾ ਕੁਝ ਲੈ ਕੇ ਆਈ ਹਾਂ ਖਾਣ ਵਾਸਤੇ, ਕਿੰਨਾ ਸਮਾਂ ਹੋ ਗਿਆ, ਮੁੱਦਤਾਂ ਹੋ ਗਈਆਂ ਮਿਲਿਆਂ ਨੂੰ, ਤੇਰੇ ਵਾਸਤੇ ਵੇਖ ਮਿੱਠੇ ਪਦਾਰਥ, ਵੇਖ ਨਮਕੀਨ ਵਾਲੇ ਮੈਂ ਲੈ ਕੇ ਆਈ ਹਾਂ, ਤੂੰ ਖਾ ਲਾ। ਮਹਾਰਾਜ ਨੂੰ ਦੇ ਦਿੱਤੇ। ਪਿਤਾ ਜੀ ਦੇਖਦੇ ਰਹੇ। ਪਿਤਾ ਦਾ ਥੋੜ੍ਹਾ ਇੱਦਾਂ ਸਨੇਹ ਹੁੰਦਾ ਕਿ ਉਹ ਨਾ ਜ਼ਾਹਰ ਨਹੀਂ ਹੁੰਦਾ, ਮਾਂ ਦਾ ਪਿਆਰ ਦਿਖਦਾ ਹੁੰਦਾ, ਪਿਤਾ ਦਿਖਾਉਂਦਾ ਨਹੀਂ ਪਿਆਰ, ਪਰ ਹੁੰਦਾ ਬਹੁਤ ਆ। ਇਸ ਕਰਕੇ ਗੁਰੂ ਮਹਾਰਾਜ ਨੂੰ ਬੜਾ ਸਨੇਹ ਕੀਤਾ ਮਾਤਾ ਜੀ ਨੇ। ਫਿਰ ਪਿਤਾ ਜੀ ਬੋਲੇ, ਕਹਿੰਦੇ ਪੁੱਤਰ ਜੀ ਬੜੀਆਂ ਫੇਰੀਆਂ ਹੋ ਗਈਆਂ, ਹੁਣ ਕੋਈ ਖੇਤੀ ਹੋਈ ਕਰ ਲਓ। ਇਹ ਜੋ ਹੁਕਮਨਾਮੇ ਦੀ ਪੰਕਤੀ ਆਈ ਹੈ ਨਾ, ਉਹਦੇ ਪਰਥਾਏ ਮੈਂ ਇਹ ਕਹਿ ਰਿਹਾ, ਮਨ ਤਨ ਨਿਰਮਲ ਕਰਤ ਕਿਆਰੋ ਸਿੰਚੈ ਸੁਦਾ ਸੰਜੋਰ। ਕਹਿੰਦੇ ਤੁਹਾਨੂੰ ਲੈ ਦਾਂਗੇ ਬਲਦ, ਹਲ ਲੈ ਦਾਂਗੇ ਤੇ ਖੇਤੀ ਕਰ ਲਓ, ਬਹੁਤ ਜਗਤ ਫੇਰੀ ਹੋ ਗਈ ਹੁਣ ਤਾਂ। ਕਹਿੰਦੇ ਪਿਤਾ ਜੀ ਖੇਤੀ ਤਾਂ ਆਪਾਂ ਕਰਦੇ ਹਾਂ, ਇਹ ਆਖਿਆ ਸੀ। ਉਦੋਂ ਫਿਰ ਮਹਿਤਾ ਜੀ ਥੋੜ੍ਹੇ ਗੁੱਸੇ 'ਚ ਆਏ। ਕਹਿੰਦੇ ਵੇਖੋ, ਮਾਤਾ ਤ੍ਰਿਪਤਾ ਜੀ ਨੂੰ ਕਹਿੰਦੇ ਨੇ, ਕਹਿੰਦੇ ਵੇਖ ਕਿੰਨੇ ਇਹ ਝੂਠ ਬੋਲਦਾ ਹੈ, ਕਿਹੜੀ ਖੇਤੀ ਤੂੰ ਕਰਦਾ ਹੈ। ਇੱਦਾਂ ਇੱਕ ਪਿਤਾ ਦੇ ਮਤਲਬ ਅਨੁਸਾਰ ਉਹ ਕਹਿ ਸਕਦੇ ਨੇ, ਉਹ ਪਿਤਾ ਨੇ ਕਿਹੜੀ ਖੇਤੀ, ਕਹਿੰਦੇ ਦੱਸ ਕਿੱਥੇ ਆ ਤੇਰੇ ਕੋਲ, ਕਿਹੜੇ ਬੀਜ ਆ, ਕਿਹੜੇ ਤੇਰੇ ਕੋਲ ਹਲ ਆ, ਕਿਹੜਾ ਤੇਰੇ ਕੋਲ ਸੁਹਾਗਾ, ਤੂੰ ਇੱਦਾਂ ਹੀ ਕਹਿ ਦਿੰਦਾ, ਜੋ ਮੈਂ ਕਹਿਣਾ ਹਮੇਸ਼ਾ ਤੂੰ ਮੰਨਦਾ ਹੀ ਨਹੀਂ ਆ। ਕਹਿੰਦੇ ਪਿਤਾ ਜੀ ਮੈਂ ਖੇਤੀ ਕਰਦਾ ਹਾਂ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਉੱਥੇ ਉਚਾਰੇ ਆ ਖੂਹ ਤੇ ਸ਼ਬਦ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਪਿਤਾ ਜੀ ਕੱਲੀ ਜ਼ਮੀਨ ਨਹੀਂ ਹੁੰਦੀ, ਸਰੀਰ ਵੀ ਜ਼ਮੀਨ ਹੀ ਆ।
ਕੱਲਾ ਆ ਧਰਤੀ ਦਾ ਟੁਕੜਾ ਜ਼ਮੀਨ ਨਹੀਂ, ਇਹ ਸਰੀਰ ਧਰਤੀ ਹੈ, ਤਿਸ ਵਿੱਚ ਜੇਹਾ ਬੀਜੇ ਤੇਹਾ ਫਲ ਪਾਏ। ਇਹਦੇ ਵਿੱਚ ਜੋ ਬੀਜੋ ਬੰਦਾ ਵੱਢਦਾ ਹੈ। ਮੈਂ ਕਿਆਰੀਆਂ ਬਣਾ ਕੇ ਫੁੱਲ ਲਾਏ ਨੇ, ਨਾਮ ਦੇ ਬੀਜ ਬੀਜੇ ਨੇ, ਉਹ ਜਦੋਂ ਉੱਗਦੇ ਨੇ ਤੇ ਮਹਿਕਾਂ ਆਉਂਦੀਆਂ ਨੇ। ਅਸੀਂ ਵੀ ਖੇਤੀ ਕਰਦੇ ਹਾਂ, ਮਨ ਨੂੰ ਪੱਧਰਾ ਕੀਤਾ ਹੋਇਆ, ਸੁਹਾਗਾ ਪੂਰਾ ਵਧੀਆ ਫੇਰਿਆ ਹੋਇਆ ਹੈ, ਕੋਈ ਊਚ ਨੀਚ ਨਹੀਂ ਰੱਖੀ ਮਨ ਦੇ ਵਿੱਚ। ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਤੁਸੀਂ ਪੁੱਤਰ ਨੂੰ ਪਿਆਰ ਨਹੀਂ ਕਰਦੇ, ਤੁਸੀਂ ਸਵਾਲ ਹੀ ਕਰੀ ਜਾਂਦੇ ਵੀ 2 ਘੜੀਆਂ ਆਇਆ ਹੈ, ਇਹਦੇ ਨਾਲ ਲਾਡ ਕਰੋ, ਪਿਆਰ ਕਰੋ। ਕੀ ਆਪਣਾ ਇੱਦਾਂ ਮਤਲਬ ਜਨਮ ਸਾਖੀ 'ਚ ਲਿਖਦੇ ਨੇ ਕਿ ਕੀ ਤੁਸੀਂ ਇੱਦਾਂ ਸਵਾਲ ਹੀ ਕਰੀ ਜਾਂਦੇ ਆ ਦੇਖੋ ਮੈਨੂੰ ਪਿਆਰ ਕਰਨ ਦਿਓ, ਲਾਡ ਕਰਨ ਦਿਓ। ਤੇ ਆਪਾਂ ਇਹਨੂੰ ਹੁਣ ਜਾਣ ਨਹੀਂ ਦੇਣਾ, ਤੇ ਆਪਾਂ ਹੁਣ ਇੱਥੇ ਹੀ ਰੱਖ ਲੈਣਾ। ਪਰ ਕੌਣ ਜਾਣਦਾ ਹੈ ਗੁਰੂ ਨਾਨਕ ਸਾਹਿਬ ਦੀਆਂ ਗੁੱਝੀਆਂ ਰਮਜਾਂ ਨੂੰ ਕਿ ਅਸੀਂ ਤਾਂ ਹਜੇ 82,000 ਕਿਲੋਮੀਟਰ ਪੈਦਲ ਯਾਤਰਾ ਕਰਨੀ ਆ, ਤੇ ਉਹ ਵੀ ਕਈ ਥਾਵਾਂ 'ਤੇ ਖੜਾਵਾਂ ਨਾਲ, ਕਈ ਥਾਵਾਂ 'ਤੇ ਖੜਾਵਾਂ ਤੋਂ ਬਿਨਾਂ। ਪੈਰਾਂ 'ਚ ਛਾਲੇ ਵੀ ਹੋਣੇ ਨੇ, ਜੰਗਲਾਂ 'ਚ ਵਾਸਾ ਵੀ ਕਰਨਾ, ਤੇ ਵਾਹਿਗੁਰੂ ਦੇ ਸ਼ਬਦਾਂ ਨੂੰ ਗਾ ਕੇ ਦੁਨੀਆ ਦੇ ਲੋਕਾਂ ਨੂੰ ਦੱਸਣਾ ਕਿ ਤੁਸੀਂ ਵੀ ਆਪਣੇ ਮਨ 'ਚ ਕੰਡੇ ਨਾ ਬੀਜਿਓ, ਬੀਜਣਾ ਤਾਂ ਕਿਆਰੀਆਂ ਬਣਾ ਕੇ ਫੁੱਲ ਬੀਜਿਓ, ਖੁਸ਼ਬੂ ਵੰਡਿਓ। ਇਹ ਸਿਖਾਉਣਾ ਹੈ ਲੋਕਾਂ ਨੂੰ। ਘਰ ਘਰ 'ਚ ਜਾ ਕੇ ਦਰਵਾਜ਼ੇ ਖੜਕਾਉਣੇ ਨੇ। ਹਜੇ ਕੌਡਾ ਰਾਖਸ਼ ਲੋਕਾਂ ਨੂੰ ਤਲ ਕੇ ਖਾਂਦਾ, ਉਹਨੂੰ ਵੀ ਮੈਂ ਬਦਲਣਾ ਹੈ, ਉਹਨੂੰ ਵੀ ਸਿਖਾਉਣਾ ਵੀ ਇਹ ਕਰਮ ਸਹੀ ਨਹੀਂ। ਇੱਕ ਜਾਦੂਗਰਨੀ ਹੈ ਬੰਗਾਲ 'ਚ ਨੂਰ ਸ਼ਾਹ, ਉਹ ਲੋਕਾਂ ਨੂੰ ਆਪਦੇ ਜਾਲ 'ਚ ਇੱਦਾਂ ਹੀ ਮੈਂ 'ਚ ਹੀ ਫਸੀ ਹੋਈ ਆ, ਉਹ ਗਲਤ ਇਸਤੇਮਾਲ ਕਰਦੀ ਆ। ਉਹਦਾ ਉਧਾਰ ਕਰਨਾ। ਬਲੀ ਕੰਧਾਰੀ ਬੜਾ ਹੰਕਾਰਿਆ, ਲੋਕਾਂ ਨੂੰ ਪਾਣੀਓ ਹੀ ਨਹੀਂ ਪਿਆਉਂਦਾ ਆਇਆਂ ਨੂੰ, ਕਹਿੰਦਾ ਮੇਰਾ ਹੀ ਪਾਣੀ ਆ, ਉਹਨੂੰ ਵੀ ਹਜੇ ਬਦਲਣਾ ਹੈ। ਇਸ ਕਰਕੇ ਕਹਿਣ ਦਾ ਭਾਵ ਗੁਰੂ ਨਾਨਕ ਸਾਹਿਬ ਜੀ ਨੇ ਜਿਨ੍ਹਾਂ ਨੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਕਿਉਂਕਿ ਹੈਗੇ ਹੀ ਬਾਹਲੇ ਨੇ। ਕਿਹਦਾ ਆਪਾਂ ਨਾਮ ਲਈਏ। ਭਾਈ ਲਾਲੋ ਨੂੰ ਹਜੇ ਜਾ ਕੇ ਮਿਲਣਾ ਹੈ। ਇੱਦਾਂ ਮਹਾਰਾਜ ਨੇ ਬਹੁਤਿਆਂ ਨੂੰ ਤਾਰਿਆ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਅਭੈ ਪਦ ਦਾਨ, ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਗੁਰੂ ਸਾਹਿਬ ਜੀ ਜਿਹੜੇ ਹੁੰਦੇ ਨੇ ਉਹ ਹਮੇਸ਼ਾ ਹੀ ਸਾਡੇ ਆਉਣ ਦਾ ਗੁਰੂ ਘਰ ਵਿੱਚ ਚਾਅ ਕਰਦੇ ਨੇ, ਖੁਸ਼ੀ ਮਨਾਉਂਦੇ ਨੇ। ਤਾਂ ਹੀ ਇਹ ਮਿੱਠਾ ਪ੍ਰਸ਼ਾਦ ਤੁਹਾਨੂੰ ਵਰਤਾਇਆ ਜਾਂਦਾ। ਉਹ ਗੁਰੂ ਸਾਹਿਬ ਹੀ ਵਰਤਾਉਂਦੇ ਨੇ ਕਿ ਤੁਸੀਂ ਆਏ ਹੋ ਚੱਲ ਕੇ, ਸਮੇਂ 'ਚੋਂ ਸਮਾਂ ਕੱਢ ਕੇ, ਤੇ ਮੈਂ ਤੁਹਾਡਾ ਮੂੰਹ ਮਿੱਠਾ ਕਰਾ ਕੇ ਹੀ ਭੇਜਣਾ। ਪ੍ਰਸ਼ਾਦ ਵਰਤਾਉਣ ਦਾ ਮਨੋਰਥ, ਜੇ ਕੜਾਹ ਪ੍ਰਸ਼ਾਦ ਨਹੀਂ ਤੇ ਪਤਾਸੇ ਜਾਂ ਹੋਰ ਮਿੱਠਾ ਪ੍ਰਸ਼ਾਦ ਤੁਹਾਨੂੰ ਜ਼ਰੂਰ ਦਿੱਤਾ ਜਾਂਦਾ, ਕਿਉਂਕਿ ਗੁਰੂ ਤੁਹਾਡਾ ਵੈਲਕਮ ਕਰਦਾ, ਸਵਾਗਤ ਕਰਦਾ, ਜੋ ਇੰਨਾ ਪਿਆਰ ਕਰਦਾ। ਆਓ ਉਹਦੀ ਯਾਦ ਵਿੱਚ ਭਾਈ ਚੌਂਕੜਾ ਮਾਰ ਕੇ 5 ਮਿੰਟ ਐਸੇ ਪਿਆਰੇ ਨੂੰ ਯਾਦ ਕਰੀਏ, ਜਿਹਦੀ ਆ ਪੰਗਤ ਪ੍ਰਥਾ, ਲੰਗਰ ਪ੍ਰਥਾ, ਮੰਜੀ ਪ੍ਰਥਾ, ਐਸੀਆਂ ਪ੍ਰਥਾਵਾਂ ਤੋੜ ਕੇ ਦੁਨੀਆ 'ਤੇ ਨਿਆਰੀਆਂ ਰੀਤੀਆਂ ਨੂੰ ਮਹਾਰਾਜ ਨੇ ਤੋਰਿਆ ਸੀ। ਆਓ ਐਸੇ ਮਾਲਕ ਨੂੰ ਯਾਦ ਕਰੀਏ। ਗੁਰੂ ਅਰਜਨ ਦੇਵ ਜੀ ਦੀ ਸ਼ਾਨ, ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਪਿਤਾ ਜੀ ਪਿਤਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ ਦੀ ਸ਼ਾਨ ਵਿੱਚ ਬੋਲਦੇ ਹਾਂ। ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਸਾਨੂੰ ਬਖਸ਼ ਲੈਣ। ਆਪ ਸਭ ਨੇ ਬਹੁਤ ਇਕਾਗਰਤਾ ਦੇ ਨਾਲ, ਪੂਰੇ ਟਿਕਾ ਦੇ ਨਾਲ ਸੁਣਿਆ ਹੈ। ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਭ ਦਾ ਸ਼ੁਕਰ ਹੈ। ਆਓ ਰਲ ਕੇ ਵਾਹਿਗੁਰੂ ਕਹੀਏ ਜੀ।
ਗੁਰੂ ਵਾਹਿਗੁਰੂ 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 ਵਾਹਿਗੁਰੂ। ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਕਹਿ ਅਰਦਾਸ।